मीडिया कॉन्फ्रेंस ਤੁਹਾਡਾ स्वागत है। ਅੱਜ ਅਸੀਂ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਵਿੱਚ ਹਿਮਾਚਲ ਸਰਕਾਰ ਦੁਆਰਾ ਬਣਾਏ ਜਾ ਰਹੇ स्वर्ण आयोग की, जिस ਦਾ नाम उन्हीं सामान्य आयोग ਦੇ ਨਾਮ ਤੌਰ 'ਤੇ ਰੱਖਿਆ ਗਿਆ ਹੈ। ਇਸ ਉਪਰਾਲੇ ਵਾਸਤੇ ਹਿਮਾਚਲ ਦੇ ਯੁਵਾਵਾਂ ਵੱਲੋਂ ਇੱਕ ਬਹੁਤ ਬੜੀ ਮੁਹਿੰਮ ਛੇੜੀ ਗਈ ਸੀ, ਜਿਸ ਦੇ ਕਰਕੇ ਅੱਜ ਉਹਨਾਂ ਨੂੰ ਸਫਲਤਾ ਮਿਲੀ ਤੇ ਇਹ ਆਯੋਗ ਬਣਨ ਜਾ ਰਿਹਾ ਹੈ। ਇਸ ਅੰਦੋਲਨ ਵਿੱਚ ਸਾਡੇ ਨੰਗਲ ਦੇ ਨਾਲ ਲੱਗਦੇ ਬਾਸ ਪਿੰਡ ਦੇ ਇੱਕ ਯੁਵਾ ਤਰੁਣ ਸ਼ਰਮਾ ਵੀ ਉੱਥੇ ਪਹੁੰਚੇ ਸੀ, ਜੋ ਕੱਲ੍ਹ ਆਪਣੀ ਇਸ ਮੁਹਿੰਮ ਨੂੰ ਪੂਰਨ ਕਰਵਾ ਕੇ ਤੇ ਲਿਖਿਤ ਆਸ਼ਵਾਸਨ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਲੈ ਕੇ ਵਾਪਸ ਆਪਣੇ ਘਰ ਪੁੱਜੇ ਨੇ। ਅੱਜ ਉਹ ਸਾਡੇ ਕੋਲ ਪੁੱਜੇ ਨੇ। ਸਵਾਗਤ ਹੈ ਤਰੁਣ ਜੀ ਤੁਹਾਡਾ ਮੀਡੀਆ ਕੋਪਸ ਦੇ ਵੀ ਸਰੋਤੇ ਮੀਡੀਆ ਕੋਪਸ ਨੂੰ ਸੁਣਦੇ ਆ, ਉਹਨਾਂ ਸਭ ਦਾ ਧੰਨਵਾਦ ਕਰਦਾ ਕਿ ਮੈਨੂੰ ਅੱਜ ਮੀਡੀਆ ਕੋਪਸ 'ਤੇ ਆਉਣ ਦਾ ਮੌਕਾ ਮਿਲਿਆ। ਤਰੁਣ ਜੀ, ਇਹ ਸਾਰਾ ਜਿਹੜਾ ਤੁਸੀਂ ਉਪਰਾਲਾ ਕੀਤਾ, ਸਾਰੀ ਟੀਮ ਤੁਹਾਡੀ ਜਿਹੜੀ ਲੱਗੀ ਹੋਈ ਸੀ ਸਵਰਨ ਆਯੋਗ ਦੇ ਗਠਨ ਵਾਸਤੇ, ਇਹ ਬੇਸਿਕਲੀ ਹੈ ਕੀ ਸੀ? ਦੇਖੋ, ਜਿਹੜਾ ਸਵਰਨ ਆਯੋਗ ਹੈ ਉਹ ਜਿੱਦਾਂ SC ਐਕਟ ਦੇ ਵਿੱਚ ਉਹਨਾਂ ਨੂੰ ਜਿਹੜੇ ਹੱਕ ਮਿਲੇ ਹੋਏ ਆ, ਉਹਨਾਂ ਨੂੰ ਜਿੱਦਾਂ ਮਤਲਬ ਉਹਦਾ SC ਐਕਟ ਬਣਿਆ ਹੋਇਆ, ਉਹਦੇ ਹਿਸਾਬ ਨਾਲ ਉਹਨਾਂ ਨੂੰ ਉਹਦੇ ਆਯੋਗ ਬਣੇ ਹੋਏ ਆ। ਉਸੇ ਤਰ੍ਹਾਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਵੀ ਇੱਕ ਜਿਹੜਾ ਸਵਰਨ ਸਮਾਜ ਹੈ ਉਹਨੂੰ ਵੀ ਉਸ ਹਿਸਾਬ ਨਾਲ ਜਿਹੜੇ ਅਧਿਕਾਰ ਹੈ ਉਹ ਮਿਲਣੇ ਚਾਹੀਦੇ। ਸਵਰਨ ਸਮਾਜ ਦੇ ਜਿਹੜੇ ਲੋਕਾਂ ਉਹਨਾਂ ਨੂੰ ਵੀ ਹੱਕ ਮੰਗਣ ਦਾ ਅਧਿਕਾਰ ਹੈਗਾ। ਇਸ ਕਰਕੇ ਅਸੀਂ ਕੱਲ੍ਹ ਜਿਹੜਾ ਧਰਮਸ਼ਾਲਾ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਹੈਗੀ ਆਪਣੇ ਕਾਫਲੇ ਦੇ ਨਾਲ। ਸੋ ਇਸ ਨੂੰ ਮੱਦੇਨਜ਼ਰ ਦੇਖਦੇ ਹੋ ਜਿਹੜੀ ਹਿਮਾਚਲ ਦੀ ਸਰਕਾਰ ਹੈ ਉਹਨਾਂ ਨੇ ਕਿਸੇ ਹੱਦ ਤੱਕ ਸਾਡਾ ਜਿਹੜਾ ਫੈਸਲਾ ਹੈ, ਜਿਹੜੀ ਸਾਡੀ ਮੰਗ ਸੀਗੀ, ਉਹ ਮੰਨਣ ਦਾ ਆਸ਼ਵਾਸਨ ਦਿੱਤਾ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਹੁਣ ਕਦੋਂ ਜਿਹੜਾ ਉਹਨਾਂ ਨੇ ਫਰਵਰੀ ਤੱਕ ਦਾ ਟਾਈਮ ਜਿਹੜਾ ਸਾਤੋਂ ਮੰਗਿਆ ਹੈ, ਅਤੇ ਫਰਵਰੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੱਸਣਗੇ ਸਾਨੂੰ ਕਿ ਕਿਵੇਂ ਸਾਡੇ ਇਹਦੇ ਸੰਸ਼ੋਧਨ ਹੁੰਦਾ ਜਾਂ ਕਿਵੇਂ ਸਾਡਾ ਆਯੋਗ ਜਿਹੜਾ ਬਣਦਾ ਹੈ। ਤਰੁਣ ਜੀ, ਸਵਰਨ ਆਯੋਗ ਦੀ ਤੁਸੀਂ ਗੱਲ ਕਰ ਰਹੇ, ਸਵਰਨ ਆਯੋਗ ਦੀ ਲੋੜ ਕਿਉਂ ਪਈ? ਕਿਉਂਕਿ ਸਾਡੇ ਇੱਥੇ ਹਮੇਸ਼ਾ ਆਯੋਗ ਉਹਨਾਂ ਵਾਸਤੇ ਬਣਾਏ ਜਾਂਦੇ ਆ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਤਲਬ ਸਹੂਲਤ ਨਹੀਂ ਮਿਲਦੀ, ਜਾਂ ਕੋਈ ਪਿਛੜੇ ਵਰਗ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਵਰਨ ਆਯੋਗ। ਤਾਂ ਸਵਰਨ ਤਾਂ ਆਪਣੇ ਆਪ 'ਚ ਹੀ ਸਾਮਾਨਯ ਵਰਗ ਹੈ, ਉਹਨਾਂ ਨੂੰ ਕੋਈ ਲੋੜ ਨਹੀਂ ਸੀ। ਫਿਰ ਤੁਹਾਨੂੰ ਕੀ ਲੱਗਦਾ ਕਿ ਕਾਹਦੇ ਵਾਸਤੇ ਉਹਦੀ ਲੋੜ ਪਈ? ਹਾਂ, ਤੁਹਾਡਾ ਕੁਐਸਚਨ ਜਿਹੜਾ ਉਹ ਬਿਲਕੁਲ ਕਿਸੇ ਹੱਦ ਤੱਕ ਠੀਕ ਵੀ ਹੈਗਾ, ਪਰ ਜਿਹੜਾ ਅਧਿਕਾਰ ਹੈ, ਜਿਹੜਾ SC ਐਕਟ ਦਾ ਅਧਿਕਾਰ ਹੈ, ਉਹ SC ਐਕਟ ਦਾ ਅਧਿਕਾਰ ਇਸ ਕਰਕੇ ਦਿੱਤਾ ਗਿਆ ਸੀਗਾ, ਜਿਹੜਾ ਆਰਟੀਕਲ 334 ਦੇ ਵਿੱਚ ਕਿਹਾ ਸੀਗਾ, ਜਦੋਂ 1949 ਦੇ ਵਿੱਚ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਸਬਮਿਟ ਕਰਾਇਆ ਸੀ, ਉਦੋਂ ਕਿਹਾ ਸੀਗਾ ਕਿ 10 ਸਾਲ ਵਾਸਤੇ ਆਰਕਸ਼ਣ ਦਿਓ, ਤਾਂ ਕਿ ਜਿਹੜਾ SC ਐਕਟ ਸੀਗਾ ਉਹ ਪਿਛੜਿਆ ਹੋਇਆ ਵਰਗ ਸੀਗਾ ਵੀ ਇਹ ਜਿਹੜੇ 10 ਸਾਲ ਵਾਸਤੇ ਇਹਨਾਂ ਨੂੰ ਆਰਕਸ਼ਣ ਦਾ ਦਿੱਤਾ ਕਿ ਇਹ ਆਪਣੇ ਆਪ ਨੂੰ ਡਿਵੈਲਪ ਕਰ ਸਕਣ। ਸੋ ਇਹਨਾਂ ਨੂੰ ਜਿਹੜਾ 10 ਸਾਲ ਦਾ ਆਰਕਸ਼ਣ ਦਿੱਤਾ ਉਹ ਬਹੁਤ ਸੀਗਾ। ਸਾਡੀਆਂ ਜਿਹੜੀਆਂ ਮੌਜੂਦਾ ਸਰਕਾਰਾਂ ਆਈਆਂ BJP ਔਰ ਕਾਂਗਰਸ ਨੇ ਆਪਣੀਆਂ ਰੋਟੀਆਂ ਸੇਕਣ ਲਈ ਇਹ ਜਿਹੜਾ ਆਰਕਸ਼ਣ ਹੈ ਇਹ ਹਰ ਸਰਕਾਰ ਜਦੋਂ ਬਣਦੀ ਸੀ ਉਹਦੇ 10 ਸਾਲ ਬਾਅਦ ਇਹਨੂੰ ਐਕਸਟੈਂਡ ਕਰ ਦਿੱਤਾ ਜਾਂਦਾ ਸੀ। ਅੱਜ ਐਕਸਟੈਂਡ ਕਰਦੇ 70 ਸਾਲ ਹੋ ਗਏ। ਔਰ ਤੁਸੀਂ ਦੇਖਿਆ ਜਾਵੇ ਵੀ ਇਹ 21ਵੀਂ ਸਦੀ ਹੈ। 21ਵੀਂ ਸਦੀ ਦੇ ਵਿੱਚ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਸਾਡਾ ਜਿਹੜਾ ਵਰਗ ਹੈ ਉਹ ਕਿਆ ਮਤਲਬ ਅਪਡੇਟ ਹੋਇਆ ਨਹੀਂ ਹੈਗਾ? ਅੱਜ 21ਵੀਂ ਸਦੀ ਦੇ ਵਿੱਚ ਆ ਕੇ ਵੀ ਸਾਨੂੰ ਆਰਕਸ਼ਣ ਦੀ ਲੋੜ ਕਿਉਂ ਪੈ ਰਹੀ? ਜੇ ਆਰਕਸ਼ਣ ਤੁਸੀਂ ਸਰਕਾਰਾਂ ਜੇ ਸਾਡੀਆਂ ਇਹਨਾਂ ਚੀਜ਼ਾਂ 'ਤੇ ਰੋਟੀਆਂ ਸੇਕਦੀਆਂ ਰਹੀਆਂ ਹਮੇਸ਼ਾ, ਜੇ ਅਗਰ ਆਰਕਸ਼ਣ ਦੇਣਾ ਵੀ ਹੈ ਤੁਸੀਂ 3 ਚੀਜ਼ਾਂ ਦੇ ਆਧਾਰ 'ਤੇ ਦਿਓ। ਇੱਕ ਤਾਂ ਮਹਿਲਾ ਨੂੰ ਤੁਸੀਂ ਆਰਕਸ਼ਣ ਦਿਓ, ਦੂਜਾ ਤੁਸੀਂ ਜਿਹੜੇ ਗਰੀਬ ਵਰਗ ਦੇ ਲੋਕ ਹੈਗੇ ਉਹਨਾਂ ਨੂੰ ਦਿਓ, ਤੀਜਾ ਤੁਸੀਂ ਜਿਹੜੇ ਵਿਕਲਾਂਗ ਹੈਗੇ ਜਾਂ ਹੋਰ ਹੈਗੇ ਉਹਨਾਂ ਨੂੰ ਦਿਓ ਤੁਸੀਂ, ਜਿਨ੍ਹਾਂ ਨੂੰ ਆਰਕਸ਼ਣ ਦੀ ਲੋੜ ਹੈ। ਜਿਨ੍ਹਾਂ ਨੂੰ ਆਰਕਸ਼ਣ ਦੀ ਲੋੜ ਹੈ ਹੀ ਨਹੀਂ, ਤੁਸੀਂ ਉਹਨਾਂ ਨੂੰ ਆਰਕਸ਼ਣ ਕਿਉਂ ਦੇ ਰਹੇ ਹੋ? ਜਿਹੜਾ ਤੁਸੀਂ ਸਵਰਨ ਆਯੋਗ ਦੀ ਗੱਲ ਕਰ ਰਹੇ ਤਰੁਣ ਜੀ, ਉਹ ਸਵਰਨ ਆਯੋਗ ਕਿਆ ਆਰਕਸ਼ਣ ਲੈਣ ਵਾਸਤੇ ਹੈ ਜਾਂ ਆਰਕਸ਼ਣ ਨੂੰ ਖਤਮ ਕਰਨ ਵਾਸਤੇ ਹੈ? ਦੇਖੋ, ਅਸੀਂ ਤਾਂ ਆਪਣਾ ਅਧਿਕਾਰ ਲੈ ਸਕਦੇ, ਅਸੀਂ ਕਿਸੇ ਦੇ ਹੱਕ ਅਸੀਂ ਮਾਰਨ ਨੂੰ ਨਹੀਂ ਕਿਹਾ ਸਰਕਾਰ ਨੂੰ ਕਿ ਕਿਸੇ ਨੂੰ ਹੱਕ ਮਾਰ, ਪਰ ਜਿੰਨਾ ਅਧਿਕਾਰ ਉਹਨਾਂ ਨੂੰ ਦਿੱਤਾ ਉਹ ਉਨਾ ਹੀ ਸਾਨੂੰ ਵੀ ਬਰਾਬਰ ਦਿੱਤਾ ਜਾਵੇ। ਵੈਸੇ ਸਾਡਾ ਤਾਂ ਇੱਕੋ ਨਾਰਾ ਹੈ ਕਿ ਇੱਕ ਝੰਡਾ ਇੱਕ ਦੇਸ਼ ਇੱਕ ਝੰਡਾ ਇੱਕ ਸਮਾਨਤਾ ਹੋਣੀ ਚਾਹੀਦੀ ਹੈ। ਜਿਹੜਾ ਜਾਤੀਵਾਦ ਦਾ ਸਿਸਟਮ ਹੈ ਉਹ ਬਿਲਕੁਲ ਹੀ ਖਤਮ ਹੋਣਾ ਚਾਹੀਦਾ। ਜਾਤੀ ਦੇ ਆਧਾਰ 'ਤੇ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ, ਜਿਹੜਾ ਜਾਤੀ ਦੇ ਆਧਾਰ 'ਤੇ ਆਰਕਸ਼ਣ ਹੈ ਉਹ ਬਿਲਕੁਲ ਹੀ ਬੰਦ ਹੋਣਾ ਚਾਹੀਦਾ। ਔਰ ਜਿਹੜਾ ਆਰਕਸ਼ਣ ਹੈ ਉਹ ਸਿਰਫ ਇਹਨਾਂ 3 ਲੋਕਾਂ ਨੂੰ, ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਇਹਨਾਂ 3 ਲੋਕਾਂ ਨੂੰ ਹਿਸਾਬ ਨਾਲ ਦੇਣਾ ਚਾਹੀਦਾ। ਪਰ ਜਾਤੀਵਾਦ ਤੇ ਜਿਹੜੀ ਜਾਤੀਵਾਦ ਹੈ ਇਹ ਖਤਮ ਹੋਣੀ ਚਾਹੀਦੀ ਬਿਲਕੁਲ। ਤੁਹਾਨੂੰ ਨਹੀਂ ਲੱਗਦਾ ਤੁਹਾਡੀ ਇਸ ਚੀਜ਼ ਨਾਲ ਸਮਾਜ ਵਿੱਚ ਇੱਕ ਪਾੜ ਪਊਗਾ? ਕਿਉਂਕਿ ਜਿਹੜੇ ਆਰਕਸ਼ਣ ਲੈ ਰਹੇ ਹੈ ਉਹਨਾਂ ਨੂੰ ਇਸ ਚੀਜ਼ ਦੀ ਕਿਤੇ ਨਾ ਕਿਤੇ ਤਕਲੀਫ ਹੋਵੇ, ਜਾਂ ਉਹ ਨਹੀਂ ਚਾਹੁੰਦੇ ਕਿ ਇਹ ਆਰਕਸ਼ਣ ਖਤਮ ਹੋਵੇ, ਪਰ ਤੁਸੀਂ ਚਾਹੁੰਦੇ ਕਿ ਇਹ ਆਰਕਸ਼ਣ ਖਤਮ ਹੋਵੇ ਜਾਂ ਸਾਨੂੰ ਵੀ ਮਿਲੇ? ਮੈਂ ਪਹਿਲਾਂ ਵੀ ਕਲੀਅਰ ਕੀਤੀ ਕਿ ਸਾਡਾ ਕਿਸੇ ਨਾਲ ਵਿਰੋਧ ਨਹੀਂ ਹੈਗਾ, ਨਾ ਅਸੀਂ ਕਿਸੇ ਨੂੰ ਗਲਤ ਬੋਲਿਆ, ਨਾ ਅਸੀਂ ਕਿਸੇ ਨੂੰ ਬੋਲਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ।
ਤੇ ਸਾਡੀ ਇੱਕ ਇਹੀ ਡਿਮਾਂਡ ਹੈ ਕਿ ਜਿਵੇਂ ਬਾਕੀ ਲੋਕਾਂ ਨੂੰ ਆਰਕਸ਼ਣ ਮਿਲੇ ਉਹਦੇ ਹਿਸਾਬ ਨਾਲ ਸਾਨੂੰ ਵੀ ਆਰਕਸ਼ਣ ਦਿੱਤਾ ਜਾਵੇ। ਅਸੀਂ ਕਿਸੇ ਜਾਤੀ ਦਾ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦਾ ਵਿਰੋਧ ਨਹੀਂ ਕਰਦੇ, ਨਾ ਕਿਸੇ ਜਿਹੜਾ ਸਵਰਨ ਸਮਾਜ ਹੈ ਉਹ ਤਾਂ ਕਿਸੇ ਨੂੰ, ਤੁਸੀਂ ਇੱਕ ਗੱਲ ਹੋਰ ਬੋਲੀ ਕਿ ਪਾੜ ਪੈਸਾ, ਸਵਰਨ ਸਮਾਜ ਤਾਂ ਕਦੇ ਕਿਸੇ ਨੂੰ ਗਲਤ ਬੋਲਦਾ ਹੀ ਨਹੀਂ, ਕਿਉਂਕਿ ਜਿਹੜੀ ਸਰਕਾਰ ਹੈ, ਸਰਕਾਰ ਨੇ ਤਾਂ ਹੱਕ ਹੀ ਨਹੀਂ ਦਿੱਤੇ ਵੀ ਸਾਨੂੰ ਬੋਲਣ ਦੇ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬੋਲਦੇ ਸਾਡੇ 'ਤੇ ਧਾਰਾਂ ਇਹੋ ਜਿਹੀਆਂ ਲੱਗ ਜਾਂਦੀਆਂ ਕਿ ਅਸੀਂ ਕਿਸੇ ਨੂੰ ਬੋਲ ਹੀ ਨਹੀਂ ਸਕਦੇ ਹੈਗੇ, ਉਲਟੇ ਸਰਕਾਰਾਂ ਨੂੰ ਪੈਸੇ ਵੀ ਦੇਣੇ ਪੈਂਦੇ ਆ। ਸੋ ਅਸੀਂ ਇਸ ਚੀਜ਼ ਦੇ ਸਵਰਨ ਸਮਾਜ ਕਦੇ ਕਿਸੇ ਨੂੰ ਗਲਤ ਬੋਲਦੇ, ਸਵਰਨ ਸਮਾਜ ਇੱਕ ਵਧੀਆ ਸਮਾਜ ਹੈਗਾ। ਸੋ ਅਸੀਂ ਤਾਂ ਹੁਣ ਜਿਹੜਾ ਇਹ ਚਾਹੁੰਦੇ ਕਿ ਜਦੋਂ 21ਵੀਂ ਸਦੀ ਚੱਲੀ ਹੋਈ ਹੈ ਤਾਂ 21ਵੀਂ ਸਦੀ ਦੇ ਵਿੱਚ ਜਿਹੜਾ ਜਾਤੀਵਾਦ ਤੇ ਆਰਕਸ਼ਣ ਆ ਉਹ ਖਤਮ ਹੋਣਾ ਚਾਹੀਦਾ। ਬਿਲਕੁਲ ਤੁਸੀਂ ਸਾਰੀ ਲੜਾਈ ਜਿਹੜੀ ਆਰਕਸ਼ਣ ਦੇ ਖਿਲਾਫ ਲੜੀ, ਕਿਆ ਇਹ ਚੀਜ਼ ਪਹਿਲਾਂ ਵੀ ਦੇਸ਼ ਵਿੱਚ ਕਿਸੇ ਹੋਰ ਪ੍ਰਦੇਸ਼ 'ਚ ਹੋਈ ਹੈ? ਬਿਲਕੁਲ ਜੀ, ਇਹ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸਵਰਨ ਆਯੋਗ ਦਾ ਗਠਨ ਕੀਤਾ ਸੀ ਸਰਕਾਰ ਨੇ, ਤੇ ਹੁਣ ਜਿਹੜਾ ਪਹਿਲਾ ਜਿਹੜਾ ਆਯੋਗ ਬਣਿਆ ਸੀ ਉਹ ਮੱਧ ਪ੍ਰਦੇਸ਼ ਦੇ ਵਿੱਚ ਬਣਿਆ। ਹੁਣ ਜਿਹੜਾ ਦੂਜਾ ਹੈ ਔਰ ਸੈਕਿੰਡ ਹੈ ਜਿਹੜਾ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ੍ਹ ਜਿਹੜਾ ਅਸੀਂ ਉੱਥੋਂ ਬਕਾਇਦਾ, ਜਿਵੇਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ 4 ਵਾਰੀ ਪਹਿਲਾਂ ਵੀ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ, 4 ਵਾਰੀ ਮੰਗ ਪੱਤਰ ਦੇਣ ਤੋਂ ਬਾਅਦ ਵੀ ਉਹ ਸਾਨੂੰ ਲਾਰੇ ਲਾ ਕੇ ਚਲੇ ਗਏ। ਔਰ ਜਿਹੜਾ ਕੱਲ੍ਹ ਵੀ ਸੀਗਾ, ਔਰ ਕੱਲ੍ਹ ਵੀ ਉਹਨਾਂ ਨੇ ਸਾਨੂੰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਕੱਲ੍ਹ ਵੀ ਉਹਨਾਂ ਨੇ ਸਾਨੂੰ ਬੜੇ ਲਾਰੇ ਲਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਉਹਨਾਂ ਨੇ ਜਿਹੜੇ ਮਹਿੰਦਰ ਠਾਕੁਰ ਆ ਉਹਨਾਂ ਨੂੰ ਵੀ ਭੇਜਿਆ ਉੱਥੇ ਸਮਝਾਉਣ ਲਈ, ਉੱਥੇ DGP ਨੂੰ ਵੀ ਖੁਦ ਮੌਜੂਦ ਰਹਿਣਾ ਰਿਹਾ, ਔਰ ਉੱਥੇ ਜਿਹੜਾ ਪਹਿਲੇ ਮਹਿੰਦਰ ਠਾਕੁਰ ਨੂੰ ਵੀ ਭੇਜਿਆ, ਸੁਧੀਰ ਚੌਧਰੀ ਨੂੰ ਵੀ ਭੇਜਿਆ, ਤੇ ਉੱਥੇ ਵੀ ਲੋਕਾਂ ਨੇ ਇਹੀ ਕਿਹਾ ਵੀ ਨਹੀਂ, ਹੁਣ ਜਿਹੜਾ ਹੈ ਲਾਰਿਆਂ ਦਾ ਲਾਰੇ ਲਾਉਣ ਦਾ ਦੌਰ ਹੈ, ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਕਈ ਲਾਰੇ ਲਾਏ ਜਾਂਦੇ ਆ, ਲਾਰੇ ਲਾਉਣ ਦਾ ਜਿਹੜਾ ਹੈਗਾ ਵੀ ਉਹ ਖਤਮ ਹੋ ਚੁੱਕਿਆ। ਹੁਣ ਸਾਨੂੰ ਜਿਹੜਾ 68 ਦੇ 68 ਵਿਧਾਇਕ ਹੈ ਉਹਨਾਂ ਦੀ ਅਸੀਂ ਇੱਥੇ ਸਦਨ ਦੇ ਵਿੱਚ ਮੌਜੂਦ ਨੇ, ਸਦਨ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਅੱਜ ਹੀ ਜਿਹੜਾ ਸਾਡਾ ਹੈਗਾ ਆਯੋਗ ਉਹ ਪਾਸ ਕੀਤਾ ਜਾਵੇ। ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਜੈਰਾਮ ਠਾਕੁਰ ਨੇ ਆ ਕੇ ਸਾਨੂੰ ਫੇਰ ਲਾਰੇ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਬਜਟ ਸਦਰ ਦੇ ਵਿੱਚ, ਫਿਰ ਅਸੀਂ ਉਹਨਾਂ ਨੂੰ ਇੱਕੋ ਮੰਗ ਕੀਤੀ ਵੀ ਬਜਟ ਸਦਰ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਜਿਹੜਾ ਆਯੋਗ ਆ ਉਹ ਸਾਡਾ ਅੱਜ ਹੀ ਬਣਾਉਣਾ ਚਾਹੀਦਾ। ਫਿਰ ਅਸੀਂ ਜੈਰਾਮ ਜੀ ਆਪਣਾ ਬੋਲ ਕੇ ਚਲੇ ਗਏ। ਫਿਰ ਅਸੀਂ ਉਹਨਾਂ ਨੂੰ ਉਹ ਤੋਂ ਬਾਅਦ ਦੁਬਾਰਾ ਉਹਨਾਂ ਦੀ ਫਿਰ ਸਟੇਟਮੈਂਟ ਆਉਂਦੀ ਹੈ, ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜਾ ਇਹ ਹੈ ਉਹ ਸਾਨੂੰ ਅਧਿਸੂਚਨਾ ਜਿਹੜੀ ਸਾਡੀ ਜਾਰੀ ਕੀਤੀ ਜਾਵੇ। ਫਿਰ ਉਹਨਾਂ ਨੇ ਲਿਖ ਕੇ ਅਧਿਸੂਚਨਾ ਜਿਹੜੀ ਸਾਨੂੰ ਜਾਰੀ ਕੀਤੀ, ਤਾਂ ਅਸੀਂ ਉੱਥੋਂ ਜਿਹੜਾ ਸ਼ਾਮ ਨੂੰ 6 ਵਜੇ ਆਪਣਾ ਧਰਨਾ ਸਮਾਪਤ ਕੀਤਾ। ਤੁਸੀਂ ਗੱਲ ਕਰ ਰਹੇ ਹੋ ਕਿ ਹਿਮਾਚਲ ਤੁਸੀਂ ਕਰਵਾ ਲਿਆ, ਮੱਧ ਪ੍ਰਦੇਸ਼ 'ਚ ਹੈਗਾ ਹੈ, ਤੁਹਾਨੂੰ ਨਹੀਂ ਲੱਗਦਾ ਕਿ ਸਟੇਟ ਵਾਈਜ਼ ਕਰਨ ਨਾਲੋਂ ਇਹਨੂੰ ਸਿਰਫ ਇੱਕ ਰਾਸ਼ਟਰੀ ਪੱਧਰ 'ਤੇ ਜਾਂ ਨੈਸ਼ਨਲ ਲੈਵਲ 'ਤੇ ਇੱਕੋ ਸਰਕਾਰ ਇਹਨੂੰ ਨੋਮੀਨੇਟ ਕਰ ਦੇਵੇ, ਬਣਾ ਦੇਵੇ ਸਵਰਨ ਆਯੋਗ, ਤਾਂ ਕਿ ਇਸ ਮਤਲਬ ਹਰ ਜਗ੍ਹਾ ਅਲੱਗ-ਅਲੱਗ ਧਰਨੇ ਪ੍ਰਦਰਸ਼ਨ, ਹਰ ਜਗ੍ਹਾ ਅਲੱਗ-ਅਲੱਗ ਲੜਾਈ ਲੜਨੀ, ਇਹ ਖਤਮ ਹੋ ਜਾਵੇ ਉਸ ਚੀਜ਼ ਨਾਲ? ਬਿਲਕੁਲ, ਦੇਖੋ ਅਸੀਂ ਤਾਂ ਇਹੀ ਚਾਹੁੰਦੇ ਕਿ ਜਿਹੜਾ ਜਾਤੀਵਾਦ ਦਾ ਆਰਕਸ਼ਣ ਆ ਉਹ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੀਦਾ। ਉਹ ਜਿਹੜੇ ਸਾਡੇ ਇੱਥੇ ਦੇ ਨੁਮਾਇੰਦੇ ਹੈ, ਜਿਹੜੇ ਜਨਰਲ ਕਾਸਟ ਦੇ ਨੁਮਾਇੰਦੇ ਜਿਹੜੇ ਜਿੱਤ ਕੇ ਜਾਂਦੇ, ਅੱਜ ਤੱਕ ਰੋਟੀਆਂ ਸੇਕਦੇ ਰਹੇ, ਉਹਨਾਂ ਨੂੰ ਇਹ ਆਵਾਜ਼, ਜੇ ਅੱਜ ਸਾਨੂੰ ਆਮ ਲੋਕਾਂ ਨੂੰ, ਮੈਂ ਇੱਕ ਚੀਜ਼ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਜਿਹੜੇ ਉੱਥੇ ਲੋਕ ਆਏ ਸੀ ਉਹ ਕੋਈ ਰਾਜਨੀਤਿਕ ਰੈਲੀ ਨਹੀਂ ਸੀ। ਜਦੋਂ ਅਸੀਂ ਉੱਥੇ ਗਏ ਤਾਂ ਉੱਥੇ 10,000 ਦੇ 5-6,000 ਦੇ ਕਰੀਬ ਲੋਕ ਸੀਗੇ ਉਦੋਂ, ਤਾਂ ਅਸੀਂ ਉਦੋਂ ਵੀ ਇਹੀ ਗੱਲ ਸੋਚੀ ਸੀ ਕਿ ਸਾਡਾ ਸਮਾਜ ਇਕੱਠਾ ਨਹੀਂ। ਪਰ ਜਦੋਂ ਟਾਈਮ ਵੱਧਦਾ ਗਿਆ, ਉਦੋਂ ਟਾਈਮ ਦੇ ਹਿਸਾਬ ਨਾਲ ਜਿਹੜਾ ਸਾਡਾ ਕਾਫਲਾ ਵੱਧਦਾ ਰਿਹਾ। ਔਰ ਜਿਹੜੇ ਇੱਥੇ ਦੇ ਸਾਡੇ ਜਿਹੜੇ ਨੁਮਾਇੰਦੇ ਜਨਰਲ ਕਾਸਟ ਦੇ ਰੋਟੀਆਂ ਸੇਕ ਕੇ ਇੱਥੇ ਜਾਂਦੇ ਆ, ਹਰ ਵਾਰ ਅਸੀਂ ਪਾਰਲੀਮੈਂਟ ਜਿਤਾ ਕੇ ਭੇਜਦੇ ਹਾਂ। ਹਿਮਾਚਲ ਦੀ ਜਨਤਾ ਨੇ ਇਸ ਵਾਰ ਜਿਹੜਾ ਨੋਟਾਂ ਦੇ ਬਟਨ ਨੂੰ ਦਿੱਤਾ ਸੀਗਾ, ਅਸੀਂ ਹੁਣ ਇਹ ਤੁਹਾਡੇ ਮੈਂ ਚੈਨਲ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਨੋਟਾਂ ਦਾ ਬਟਨ ਆ ਉਹ ਪੰਜਾਬ ਦੇ ਵਿੱਚ ਵੀ ਦਬਾਇਆ ਜਾਵੇ, ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਆਯੋਗ ਬਣ ਜਾਏ। ਰਹੀ ਗੱਲ ਉਹਦੀ ਕਿ ਅਸੀਂ ਸਟੇਟ ਵਾਈਜ਼ ਜਗਾ ਰਹੇ ਹਾਂ, ਸਟੇਟ ਵਾਈਜ਼ ਸਾਡਾ ਜਾਣ ਦਾ ਮਤਲਬ ਇਹ ਹੈ ਕਿ ਅਸੀਂ ਪਹਿਲਾਂ ਘਰ ਘਰ ਲੋਕਾਂ ਨੂੰ ਜਾ ਕੇ ਲੋਕਾਂ ਨੂੰ ਜਾਗਰੂਕ ਕਰੀਏ ਵੀ ਸਮਾਨਿਆ ਵਰਗ ਔਰ ਸਵਰਨ ਆਯੋਗ ਹੈ ਕਿਆ ਚੀਜ਼ ਹੈ। ਫਿਰ ਉਹਦੇ ਹਿਸਾਬ ਨਾਲ ਅਸੀਂ ਜਿਹੜਾ ਹਰ ਸਟੇਟ ਦੇ ਬਾਅਦ ਉਹ ਤੋਂ ਬਾਅਦ ਅਸੀਂ ਜਲਦ ਹੀ, ਹੋ ਸਕਦਾ ਕਿ ਜਿਹੜੀ ਸਾਡੀ ਹਿਮਾਚਲ ਦੀ ਕੋਲ ਹੈ ਸ਼ਾਇਦ ਉਹ ਜਲਦੀ ਹੋ ਜਾਵੇ, ਕਿਉਂਕਿ ਅਸੀਂ ਇਹ ਤੋਂ ਬਾਅਦ ਦਿੱਲੀ ਵੱਲ ਨੂੰ ਵੀ ਅਸੀਂ ਆਪਣਾ ਜਿਹੜਾ ਰੁੱਖ ਕਰ ਸਕੀਏ ਸਵਰਨ ਆਯੋਗ ਨੂੰ ਲੈ ਕੇ। ਤੁਸੀਂ ਰਾਜਨੀਤਿਕ ਲੋਕਾਂ ਦੀ ਗੱਲ ਕਰਦੇ ਹੋ, ਰਾਜਨੀਤਿਕ ਲੋਕਾਂ ਨੇ ਤਾਂ ਵੋਟਾਂ ਲੈਣੀਆਂ ਹੁੰਦੀਆਂ, ਜਿਹੜੀ ਤੁਹਾਡੀ ਲੜਾਈ ਹੈ ਤੁਸੀਂ ਸਿੱਧਾ ਵਿਧਾਨ ਸਭਾ ਘੇਰੀ। ਹੁਣ ਜਿਹੜੀ ਤੁਹਾਡੀ ਅੱਗੇ ਲੜਾਈ ਬਣਦੀ, ਜੇ ਤੁਸੀਂ ਦੇਖਦੇ ਹੋ, ਜਿੱਦਾਂ ਤੁਸੀਂ ਰਾਸ਼ਟਰੀ ਪੱਧਰ ਦੇਖਦੇ ਹੋ, ਤੁਹਾਡੀ ਸੰਸਦ ਵੱਲ ਨੂੰ ਮੂਵ ਕਰਨਾ ਬਣਦਾ, ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਲੋਕਲ ਵਿਧਾਇਕ ਸੀ ਜਾਂ ਜਿਹੜੇ ਤੁਹਾਡੇ ਅੱਗੇ ਲੋਕਲ ਸੰਸਦ ਹੈ, ਉਹ 'ਚ ਤੁਹਾਡੀ ਮਦਦ ਕੀਤੀ ਹੈ, ਉਹਨੀ ਵਿਧਾਇਕਾਂ ਨੇ ਕੀਤੀ ਹੈ ਜਾਂ ਸੰਸਦ ਕਰ ਸਕਦੇ ਆ ਅੱਗੇ? ਦੇਖੋ, ਸਾਡੇ ਜਿਹੜੇ ਵਿਧਾਇਕ ਹੈ, ਇਹਨਾਂ ਨੇ ਤਾਂ ਰੋਟੀਆਂ ਸੇਕਣੀਆਂ ਹੁੰਦੀਆਂ ਆਪਣੀਆਂ, ਇਹਨਾਂ ਨੇ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ। ਔਰ ਉਹਨਾਂ ਦੇ ਵਿੱਚ ਖਾਸ ਕਰ ਸਾਡੇ 2 BJP ਔਰ ਕਾਂਗਰਸ ਦੇ ਨੁਮਾਇੰਦੇ ਹੈਗੇ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਜੇ ਤੁਸੀਂ ਅੱਜ ਸਾਡੇ ਸਵਰਨ ਆਯੋਗ ਬਾਰੇ 2 ਸ਼ਬਦ ਨਹੀਂ ਨਿਕਲੇ ਤਾਂ ਵੋਟਾਂ ਜਿਹੜੀਆਂ ਲੈਣ ਆਉਣਾ ਤੁਸੀਂ, ਹੁਣ ਜਿਹੜਾ ਇਲੈਕਸ਼ਨ ਆਉਣਾ ਹੈ 2022 ਦੇ ਵਿੱਚ, ਉਦੋਂ ਸੋਚ ਸਮਝ ਕੇ ਸਾਡੇ ਜਿਹੜੇ ਸਵਰਨ ਸਮਾਜ ਦੇ ਲੋਕਾਂ ਦੇ ਘਰੇ ਉੱਧਰ ਵੋਟਾਂ ਲੈ ਕੇ ਆਓ, ਕਿਉਂਕਿ ਲੋਕਾਂ ਨੇ ਜਦੋਂ ਤੁਹਾਨੂੰ ਕੁਐਸਚਨ ਪੁੱਛਣਾ ਤਾਂ ਉਹਨਾਂ ਦਾ ਜਵਾਬ ਤੁਹਾਨੂੰ ਦੇਣਾ, ਤਾਂ ਉੱਥੋਂ ਨੱਠਣ ਦੀ ਜਿਹੜੀ ਕੋਸ਼ਿਸ਼ ਉਹ ਨਾ ਕਰਨ, ਤਾਂ ਕਿ ਲੋਕਾਂ ਦਾ ਜਿਹੜਾ ਬਣਦਾ ਜਵਾਬ ਹੈ ਉਹ ਦੇ ਕੇ ਜਾਣ। ਵੀ ਧੱਕੇ ਨਾਲ ਹਿਮਾਚਲ ਸਰਕਾਰ ਤੋਂ ਗਠਨ ਕਰਵਾਉਣ ਦੀ ਤਿਆਰੀ ਕਰ ਲਈ, ਇਹੀ ਧੱਕਾ ਤੁਹਾਨੂੰ ਰਾਸ਼ਟਰੀ ਪੱਧਰ 'ਤੇ ਕਰਨਾ ਪੈਣਾ, ਸੰਸਦ ਘੇਰਨੀ ਪੈਣੀ।
ਤੁਹਾਨੂੰ ਲੱਗਦਾ ਕਿ ਉੱਥੇ ਦੇਖਿਓ ਪੰਜਾਬ ਜਿਹੜਾ ਇਸ ਵੇਲੇ ਮਾਹੌਲ ਰਿਹਾ, ਕਿਸਾਨੀ ਦਾ ਜਿਹੜਾ ਦੌਰ ਚੱਲਿਆ, 1.25 ਸਾਲ ਤਕਰੀਬਨ ਲੋਕ ਬੈਠੇ ਰਹੇ ਦਿੱਲੀ 'ਚ, ਕਿਸੇ ਨੂੰ ਫਰਕ ਨਹੀਂ ਪਿਆ। ਤੁਹਾਨੂੰ ਲੱਗਦਾ ਕਿ ਤੁਸੀਂ ਜੇ ਜਾ ਕੇ ਸੰਸਦ ਦਾ ਘਿਰਾਵ ਕਰੋਗੇ, ਸੰਸਦ ਕੋਲ ਬੈਠੋਗੇ ਜਾਂ ਇਸ ਚੀਜ਼ ਨੂੰ ਤੁਸੀਂ ਅੱਗੇ ਵਧਾਓਗੇ ਤਾਂ ਉਹ ਸੰਸਦ ਤੁਹਾਡੀ ਇਸ ਗੱਲ ਨੂੰ ਸੁਣੂਗੀ ਔਰ ਇਸ ਤੁਹਾਡੇ ਪ੍ਰਪੋਜ਼ਲ ਨੂੰ ਪਾਸ ਕਰੂੰਗੀ? ਪਹਿਲਾਂ ਤਾਂ ਮੈਂ ਇੱਕ ਚੀਜ਼ ਇਹ ਕਹਿਣਾ ਚਾਹੁੰਦਾ ਕਿ ਇਹ ਧੱਕਾ ਨਹੀਂ ਹੈਗਾ, ਇਹ ਧੱਕਾ ਨਹੀਂ ਅਸੀਂ ਕੀਤਾ, ਨਾ ਸਰਕਾਰ ਦੇ ਨਾਲ, ਨਾ ਅਸੀਂ ਕਿਸੇ ਲੋਕਾਂ ਨਾਲ। ਅਸੀਂ ਮੈਂ ਪਿਛਲੇ ਕੁਐਸਚਨ ਦੇ ਰਾਹੀਂ ਮਾਧਿਅਮ ਦੇ ਇੱਕ ਮੈਂ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਉੱਥੇ ਲੋਕ ਆਏ ਸੀ ਉਹ ਕੋਈ ਰਾਜਨੀਤਿਕ ਰੈਲੀ ਨਹੀਂ ਸੀਗੀ, ਨਾ ਕੋਈ ਰਾਜਨੀਤਿਕ ਕੋਈ ਮੁੱਦਾ ਸੀ। ਸਾਰੇ ਲੋਕ ਜਿੰਨੇ ਵੀ ਆਏ ਸੀ ਉਹ ਜਾਗਦੀ ਜ਼ਮੀਰਾਂ ਵਾਲੇ ਆਏ ਸੀ, ਉਹ ਆਪਣੀ ਹੋਂਦ ਲਈ ਆਏ ਸੀ ਵੀ ਜਿਹੜਾ ਸਾਡਾ ਸਵਰਨਯੋਗ ਆ ਸਾਨੂੰ ਵੀ ਅਧਿਕਾਰ ਮਿਲਣੇ ਚਾਹੀਦੇ ਆ। ਔਰ ਰਹੀ ਜਿਹੜੀ ਸੰਸਦ ਦੀ ਗੱਲ ਹੈ, ਅਸੀਂ ਹੁਣ ਇਹ ਤੋਂ ਬਾਅਦ ਅਸੀਂ ਜਿਹੜਾ ਅਗਲੀ ਕੋਸ਼ਿਸ਼ ਹੈ ਉਹ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਜਲਦੀ। ਪੰਜਾਬ ਦੇ ਮੈਂ ਲੋਕਾਂ ਨੂੰ ਵੀ ਸਵਰਨ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਖਾਸ ਕਰ ਪਹਿਲਾਂ ਮੇਰੇ ਹਲਕੇ ਦੇ ਵਿੱਚ ਜਿੱਥੇ 55% ਤੋਂ ਉੱਪਰ ਜਿਹੜੇ ਹੈ ਜਨਰਲ ਕੈਟਾਗਰੀ ਵਾਲੇ ਲੋਕ ਰਹਿੰਦੇ ਹੈ, ਉਹਦੇ ਵਿੱਚ ਜਿਹੜੇ ਜ਼ਿਆਦਾ ਮਾਤਰਾ ਵਾਲੇ ਆ ਸਾਡੇ ਬ੍ਰਾਹਮਣ ਲੋਕ ਨੇ। ਮੈਂ ਉਹਨਾਂ ਨੂੰ ਵੀ ਇਹੀ ਜਿਹੜੀ ਸਾਡੀ ਇਹ ਹਿੰਦੂ ਆਬਾਦੀ ਹੈ ਉਹ ਤਾਂ ਹੈਗੀ 70% ਤੋਂ ਉੱਪਰ, ਪਰ ਜਿਹੜੀ ਸਾਡੀ ਜਨਰਲ ਕੈਟਾਗਰੀ ਦੀ ਆਬਾਦੀ ਆ ਉਹ 55% ਤੋਂ ਉੱਪਰ ਹੈ। ਮੈਂ ਉਹਨਾਂ ਨੂੰ ਪਹਿਲਾਂ ਅਸੀਂ ਤਾਂ ਉਹਨਾਂ ਨੂੰ ਜਗਾਵਾਂਗੇ ਔਰ ਉਹਨਾਂ ਨੂੰ ਜਗਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਨੂੰ ਮੂਵਮੈਂਟ ਜਿਹੜੀ ਅੰਦੋਲਨ ਦੇ ਵਿੱਚ ਪੰਜਾਬ ਦੇ ਵਿੱਚ ਲਿਆਵਾਂਗੇ ਅਤੇ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਸਾਡਾ ਹੁੰਦਾ ਹੈ। ਔਰ ਮੈਂ ਪੰਜਾਬ ਦੇ ਵਿੱਚ ਵੀ ਜਿਵੇਂ ਅਸੀਂ ਕਿਸਾਨੀ ਦਾ ਸਾਥ ਦਿੱਤਾ ਹੈਗਾ, ਇੱਕ ਚੀਜ਼ ਤਾਂ ਕਲੀਅਰ ਹੁੰਦੀ ਹੈ ਕਿ ਕਿਸਾਨੀ ਨੇ ਸਾਨੂੰ ਅੰਦੋਲਨ ਕਰਨੇ ਸਿਖਾਤੇ। ਜਿਹੜਾ ਕਿਸਾਨੀ ਦਾ ਅੰਦੋਲਨ ਹੋਇਆ ਨਾ ਉਹਦੇ ਨਾਲ ਸਾਨੂੰ ਬਹੁਤ ਫਰਕ ਪਿਆ। ਉਹਨਾਂ ਨੇ ਸਾਨੂੰ ਇਹ ਚੀਜ਼ ਸਿਖਾਤੀ ਕਿ ਆਪਣੇ ਹੱਕ ਲੈਣ ਲਈ ਅਸੀਂ ਜਿਹੜੀਆਂ ਝੂਠੀਆਂ ਸਰਕਾਰਾਂ, ਨਕੰਮੀਆਂ ਸਰਕਾਰਾਂ, ਅਸੀਂ ਉਹਨਾਂ ਨੂੰ ਝੁਕਾ ਸਕਦੇ ਹਾਂ। ਇਹ ਸੀ ਸਾਡੇ ਨਾਲ ਤਰੁਣ ਸ਼ਰਮਾ ਜੀ, ਜਿਨੀ ਸਵਰਨ ਆਯੋਗ ਦੇ ਗਠਨ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ, ਉਸ ਅੰਦੋਲਨ 'ਚ ਇਹ ਹਿੱਸਾ ਰਹੇ ਨੇ ਅਤੇ ਹੁਣ ਇਹਨੀ ਜਿਹੜੀ ਅਗਲੀ ਇਹਦੀ ਲੜਾਈ ਹੈ ਪੰਜਾਬ ਵੱਲ ਸ਼ੁਰੂ ਕਰਨ ਜਾ ਰਹੇ ਨੇ ਅਤੇ ਦੇਖੋ ਕੀ ਹੁੰਦਾ ਹੈ ਅੱਗੇ।